ਸਤਿ ਸ਼੍ਰੀ ਅਕਾਲ ਜੀ। ਮੈਂ ਮਹਿਕਦੀਪ ਕੌਰ, ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ। ਅੱਜ ਦਿਨ ਐਤਵਾਰ ਮਿਤੀ 23 ਅਗਸਤ ਤੇ ਸ਼ਾਮ ਦੀ 6 ਵਜੇ ਦੀ ਤਾਜ਼ਾ ਰਿਪੋਰਟ ਲੈ ਕੇ ਹਾਜ਼ਰ ਹਾਂ। ਇਸ ਰਿਪੋਰਟ ਵਿੱਚ ਮੈਂ ਗੱਲਬਾਤ ਕਰਨ ਜਾ ਰਹੀ ਹਾਂ ਅਹਿਮ ਵੱਡੀਆਂ ਖਬਰਾਂ ਦੇ ਬਾਰੇ। ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਦੀ। ਤਾਂ ਅੱਜ ਦੀ ਇਹ ਖਬਰ ਪੰਜਾਬ ਦੀ ਸਿਆਸਤ, ਕਾਨੂੰਨ ਅਤੇ ਬੰਦੀ ਸਿੰਘਾਂ ਨਾਲ ਜੁੜੇ ਇੱਕ ਬਹੁਤ ਹੀ ਚਰਚਿਤ ਮਾਮਲੇ ਤੇ ਹੈ। ਮਾਮਲਾ ਹੈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਾ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਤੇਜ਼ ਹੈ ਕਿ ਜਗਤਾਰ ਸਿੰਘ ਹਵਾਰਾ ਜੇਲ੍ਹ ਤੋਂ ਬਾਹਰ ਆ ਰਹੇ ਨੇ ਜਾਂ ਨਹੀਂ। ਪਰ ਇੱਥੇ ਸਭ ਤੋਂ ਪਹਿਲਾਂ ਇੱਕ ਗੱਲ ਸਾਫ਼ ਕਰਨੀ ਬਹੁਤ ਜ਼ਰੂਰੀ ਹੈ। ਤਾਜ਼ਾ ਉਪਲਬਧ ਭਰੋਸੇਯੋਗ ਰਿਪੋਰਟਾਂ ਮੁਤਾਬਿਕ ਹਵਾਰਾ ਦੀ ਰਿਹਾਈ ਨਹੀਂ ਹੋਈ ਹੈ। ਉਹ ਦਿੱਲੀ ਦੀ ਮੰਡੋਲ ਜੇਲ੍ਹ ਵਿੱਚ ਹੀ ਹਨ। ਹਾਂ, ਉਹਨਾਂ ਦੀ ਪੈਰੋਲ ਨੂੰ ਲੈ ਕੇ ਪਿਛਲੇ ਕੁਝ ਹਫ਼ਤਿਆਂ ਵਿੱਚ ਵੱਡੀ ਹਲਚਲ ਜ਼ਰੂਰ ਹੋਈ ਹੈ ਅਤੇ ਅੱਜ ਅਸੀਂ ਤੁਹਾਨੂੰ ਇਸ ਪੂਰੇ ਮਾਮਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਕਹਾਣੀ ਦੱਸਾਂਗੇ। ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਮਾਮਲਾ ਕੀ ਹੈ। ਤਾਂ ਜੀ ਜਗਤਾਰ ਸਿੰਘ ਹਵਾਰਾ ਸਾਬਕਾ ਪੰਜਾਬ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ। 1995 ਵਿੱਚ ਚੰਡੀਗੜ੍ਹ ਵਿੱਚ ਹੋਏ ਬੰਬ ਧਮਾਕੇ ਵਿੱਚ ਬੇਅੰਤ ਸਿੰਘ ਸਮੇਤ ਕਈ ਲੋਕਾਂ ਦੀ ਮੌਤ ਹੋਈ ਸੀ। ਇਸ ਮਾਮਲੇ ਵਿੱਚ ਹਵਾਰਾ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਬਾਅਦ ਵਿੱਚ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ। ਇਸ ਵੇਲੇ ਉਹ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਨੇ। ਹੁਣ ਪੈਰੋਲ ਦੀ ਮੰਗ ਕਿਉਂ ਹੋਈ? ਇਸ ਪੂਰੇ ਮਾਮਲੇ ਦਾ ਸਭ ਤੋਂ ਵੱਡਾ ਕਾਰਨ ਹੈ ਹਵਾਰਾ ਦੀ ਬਜ਼ੁਰਗ ਅਤੇ ਬਿਮਾਰ ਮਾਤਾ। ਹਵਾਰਾ ਵੱਲੋਂ ਆਪਣੀ ਮਾਤਾ ਨੂੰ ਮਿਲਣ ਲਈ ਪੈਰੋਲ ਦੀ ਮੰਗ ਕੀਤੀ ਗਈ ਸੀ। ਰਿਪੋਰਟਾਂ ਮੁਤਾਬਿਕ ਉਹਨਾਂ ਨੇ ਪਹਿਲਾਂ ਲੰਬੀ ਮਿਆਦ ਦੀ ਪੈਰੋਲ ਲਈ ਅਰਜ਼ੀ ਦਿੱਤੀ ਸੀ। ਉਹਨਾਂ ਦੀ ਮਾਤਾ ਦੀ ਉਮਰ ਅਤੇ ਸਿਹਤ ਨੂੰ ਦੇਖਦੇ ਹੋਏ ਇਹ ਮਾਮਲਾ ਬਾਅਦ ਵਿੱਚ ਮਨੁੱਖੀ ਆਧਾਰ ਤੇ ਵੀ ਚਰਚਾ ਵਿੱਚ ਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਐਂਟਰੀ ਇਸ ਮਾਮਲੇ ਵਿੱਚ ਇੱਕ ਵੱਡਾ ਮੋੜ ਉਸ ਵੇਲੇ ਆਇਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਭਗਵੰਤ ਮਾਨ ਨੇ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਮਾਨ ਨੇ ਮਨੁੱਖੀ ਆਧਾਰ ਤੇ ਹਵਾਰਾ ਨੂੰ 10 ਦਿਨਾਂ ਦੀ ਪੈਰੋਲ ਦੇਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਹਵਾਰਾ ਦੀ ਮਾਤਾ ਲੰਮੇ ਸਮੇਂ ਤੋਂ ਆਪਣੇ ਪੁੱਤਰ ਨੂੰ ਮਿਲਣ ਦੀ ਉਡੀਕ ਕਰ ਰਹੀ ਹੈ ਅਤੇ ਉਹਨਾਂ ਦੀ ਸਿਹਤ ਵੀ ਖਰਾਬ ਹੈ। ਪੰਜਾਬ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜੇਕਰ ਪੈਰੋਲ ਮਿਲਦੀ ਹੈ ਤਾਂ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਸਰਕਾਰ ਲਵੇਗੀ। ਰਾਜਪਾਲ ਨੇ ਕੀ ਕੀਤਾ? 13 ਅਗਸਤ 2026 ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਹਵਾਰਾ ਨੂੰ ਪੈਰੋਲ ਦੇਣ ਦੀ ਸਿਫਾਰਿਸ਼ ਕੀਤੇ ਜਾਣ ਦੀ ਖਬਰ ਸਾਹਮਣੇ ਆਈ। ਇਹ ਖਬਰ ਸਾਹਮਣੇ ਆਉਂਦੇ ਹੀ ਪੰਜਾਬ ਦੀ ਸਿਆਸਤ ਵਿੱਚ ਚਰਚਾ ਹੋਰ ਤੇਜ਼ ਹੋ ਗਈ। ਪਰ ਇੱਥੇ ਇੱਕ ਗੱਲ ਸਮਝਣੀ ਜ਼ਰੂਰੀ ਹੈ। ਰਾਜਪਾਲ ਵੱਲੋਂ ਸਿਫਾਰਿਸ਼ ਹੋਣਾ ਅਤੇ ਹਵਾਰਾ ਦਾ ਜੇਲ੍ਹ ਤੋਂ ਬਾਹਰ ਆ ਜਾਣਾ ਇਹ ਦੋ ਵੱਖ-ਵੱਖ ਗੱਲਾਂ ਹਨ। ਅੰਤਿਮ ਪ੍ਰਕਿਰਿਆ ਵਿੱਚ ਹੋਰ ਅਧਿਕਾਰੀਆਂ ਅਤੇ ਕੇਂਦਰੀ ਪੱਧਰ ਦੀ ਭੂਮਿਕਾ ਵੀ ਹੈ ਕਿਉਂਕਿ ਮਾਮਲਾ ਦਿੱਲੀ ਦੀ ਜੇਲ੍ਹ ਨਾਲ ਜੁੜਿਆ ਹੋਇਆ ਹੈ। ਫਿਰ ਆਈ 2 ਦਿਨ ਦੇ ਪੈਰੋਲ ਦੀ ਗੱਲ। ਇਸੇ ਦੌਰਾਨ 13 ਅਗਸਤ ਨੂੰ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ। ਰਿਪੋਰਟਾਂ ਮੁਤਾਬਿਕ ਦਿੱਲੀ ਜੇਲ੍ਹ ਪ੍ਰਸ਼ਾਸਨ ਵੱਲੋਂ ਹਵਾਰਾ ਨੂੰ 2 ਦਿਨਾਂ ਦੀ ਕਸਟਡੀ ਪੈਰੋਲ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਹਵਾਰਾ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ। ਰਿਪੋਰਟਾਂ ਮੁਤਾਬਿਕ ਉਹ ਰੈਗੂਲਰ ਪੈਰੋਲ ਦੀ ਮੰਗ ਕਰ ਰਹੇ ਨੇ ਅਤੇ ਪੁਲਿਸ ਸੁਰੱਖਿਆ ਹੇਠ ਮਿਲਣ ਵਾਲੀ ਛੋਟੀ ਮਿਆਦ ਦੀ ਕਸਟਡੀ ਪੈਰੋਲ ਨਹੀਂ ਚਾਹੁੰਦੇ ਸਨ। ਕਸਟਡੀ ਪੈਰੋਲ ਅਤੇ ਰੈਗੂਲਰ ਪੈਰੋਲ ਵਿੱਚ ਫਰਕ ਕੀ ਹੈ? ਇਹ ਗੱਲ ਆਮ ਲੋਕਾਂ ਲਈ ਸਮਝਣੀ ਬਹੁਤ ਜ਼ਰੂਰੀ ਹੈ। ਕਸਟਡੀ ਪੈਰੋਲ ਵਿੱਚ ਕੈਦੀ ਨੂੰ ਥੋੜੇ ਸਮੇਂ ਲਈ ਜੇਲ੍ਹ ਤੋਂ ਬਾਹਰ ਲਿਆਂਦਾ ਜਾਂਦਾ ਹੈ ਅਤੇ ਉਸ ਦੇ ਨਾਲ ਪੁਲਿਸ ਦੀ ਸਖਤ ਸੁਰੱਖਿਆ ਹੁੰਦੀ ਹੈ। ਦੂਜੇ ਪਾਸੇ ਰੈਗੂਲਰ ਪੈਰੋਲ ਵਿੱਚ ਰਿਹਾਈ ਦੀਆਂ ਸ਼ਰਤਾਂ ਵੱਖਰੀਆਂ ਹੋ ਸਕਦੀਆਂ ਨੇ ਅਤੇ ਇਹ ਇੱਕ ਨਿਰਧਾਰਿਤ ਮਿਆਦ ਲਈ ਹੁੰਦੀ ਹੈ। ਹਵਾਰਾ ਵੱਲੋਂ ਰੈਗੂਲਰ ਪੈਰੋਲ ਦੀ ਮੰਗ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ ਕਿ ਹਵਾਰਾ ਇਸ ਵੇਲੇ ਜੇਲ੍ਹ ਤੋਂ ਬਾਹਰ ਹਨ। ਹੁਣ ਆਉਂਦੇ ਆ ਸਭ ਤੋਂ ਵੱਡੇ ਸਵਾਲ ਤੇ ਕਿ ਜਗਤਾਰ ਸਿੰਘ ਹਵਾਰਾ ਜੇਲ੍ਹ ਤੋਂ ਬਾਹਰ ਆ ਗਏ ਨੇ ਜਾਂ ਨਹੀਂ। ਤਾਂ ਜੀ ਤਾਜ਼ਾ ਭਰੋਸੇਯੋਗ ਰਿਪੋਰਟਾਂ ਮੁਤਾਬਿਕ ਨਹੀਂ, ਉਹ ਜੇਲ੍ਹ ਤੋਂ ਜਿਹੜੇ ਕਿ ਬਾਹਰ ਹਜੇ ਤੱਕ ਨਹੀਂ ਆਏ। 22 ਅਗਸਤ 2026 ਤੱਕ ਉਹਨਾਂ ਦੀ ਰਿਹਾਈ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਤੋਂ ਇਲਾਵਾ 18 ਅਗਸਤ ਦੀ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੀ 15 ਅਗਸਤ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੈਰੋਲ ਦੀ ਪ੍ਰਕਿਰਿਆ ਰੁਕ ਗਈ ਸੀ ਅਤੇ ਹਵਾਰਾ ਨਾਲ ਅਧਿਕਾਰੀਆਂ ਦੀ ਗੱਲਬਾਤ ਬਾਰੇ ਵੀ ਕੋਈ ਨਵੀਂ ਜਾਣਕਾਰੀ ਨਹੀਂ ਮਿਲੀ। ਇਸ ਲਈ ਜੇਕਰ ਤੁਹਾਨੂੰ ਸੋਸ਼ਲ ਮੀਡੀਆ ਤੇ ਦਾਅਵਾ ਮਿਲ ਰਿਹਾ ਹੈ ਕਿ ਹਵਾਰਾ ਜੇਲ੍ਹ ਤੋਂ ਬਾਹਰ ਆ ਗਏ ਤਾਂ ਇਸ ਨੂੰ ਤੁਰੰਤ ਸੱਚ ਨਾ ਮੰਨੋ। ਅਦਾਲਤ ਦੀ ਭੂਮਿਕਾ ਕੀ ਰਹੀ? ਇਸ ਮਾਮਲੇ ਵਿੱਚ ਅਦਾਲਤ ਦੀ ਭੂਮਿਕਾ ਵੀ ਮਹੱਤਵਪੂਰਨ ਰਹੀ ਹੈ। ਜੁਲਾਈ 2026 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਡੋਲੀ ਜੇਲ੍ਹ ਦੇ ਅਧਿਕਾਰੀਆਂ ਨੂੰ ਹਵਾਰਾ ਦੀ ਪੈਰੋਲ ਅਰਜ਼ੀ ਤੇ ਸਮੇਂ ਸਿਰ ਫੈਸਲਾ ਕਰਨ ਲਈ ਕਿਹਾ ਸੀ। ਅਦਾਲਤ ਨੇ ਸੰਬੰਧਿਤ ਪ੍ਰਸ਼ਾਸਨ ਤੋਂ ਟਿੱਪਣੀਆਂ ਤੇ ਸਿਫਾਰਸ਼ਾਂ ਲੈਣ ਦੀ ਪ੍ਰਕਿਰਿਆ ਬਾਰੇ ਵੀ ਨਿਰਦੇਸ਼ ਦਿੱਤੇ ਸਨ।
इसका मतलब ये है कि जी ये मामला सिर्फ सियासी बयानों तक सीमित नहीं है। इस विच जेल प्रशासन, चंडीगढ़ प्रशासन, पंजाब सरकार ਅਤੇ ਕੇਂਦਰ ਨਾਲ जुड़ी प्रक्रिया भी है। पंजाब ਦੀ सियासत ਵਿੱਚ इस मामले ने की हलचल पैदा की है। हवारा दी पैरोल का मामला सिर्फ एक कैदी दी पैरोल का मामला नहीं रहा, ये पंजाब दी सियासत विच वड्डा मुद्दा बन गया है। सत्ताधारी आम आदमी पार्टी वालों पैरोल की हमायत की गई। मुख्यमंत्री भगवंत मान ने खुद राजपाल नाल मुलाकात की। इस तो इलावा वख-वख सिख जथेबंदियां ते सियासी आगुआं वालों भी हवारा दी पैरोल की मांग की गई। इत्थों तक कि भाजपा नाल जुड़े आगुआं वालों भी मनुखी आधार ते इस मामले ते विचार करन दी गल करी गई। 15 अगस्त ਨੂੰ ਕੀ ਹੋਇਆ ਤਾਂ ਜੀ 15 ਅਗਸਤ ਨੂੰ ਹਵਾਰਾ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ ਵੱਲ ਮਾਰਚ ਕੀਤਾ ਗਿਆ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਮੋਹਾਲੀ ਸਰਹੱਦ ਤੇ ਰੋਕਿਆ ਗਿਆ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਣਾਅ ਦੀ ਸਥਿਤੀ ਵੀ ਬਣੀ। इंडियन एक्सप्रेस की रिपोर्ट मुताबिक इस घटना तो बाद हवारा की पैरोल की प्रक्रिया प्रभावित हुई। हुण अगे की होएगा, ये सब तो बड़ा सवाल है कि हवारा नूं रेगुलर पैरोल मिलेगी कि वो अपनी माता नूं मिल सकणगे जां फिर उन्हां नूं कस्टडी पैरोल ही दित्ती जाएगी अते कि केंद्र सरकार वालों इस मामले विच अंतिम फैसला लिया जाएगा। इन्हां सारे सवालों के जवाब आने वाले दिनों विच सामने आ सकते हैं। फिलहाल सब तो महत्वपूर्ण गल यह है कि जी पैरोल की मांग और रिहाई की पुष्टि दोवें वखरियां चीज़ां हन। एक होर गल अहम है, एक अहम गल इत्थे है कि जी रिपोर्टां मुताबिक हवारा ने लंबे समय तो पैरोल की मांग की हुई सी। उन्हां दी अर्जी विच अपनी बीमार माता नूं मिलण दी गल मुख कारण रही है। हुण इस मामले नूं मनुखी आधार ते भी देखिया जा रहा है, पर नाल ही ਇਹ भी सच है कि जी हवारा एक बहुत ही गंभीर ਅਤੇ हाई प्रोफाइल मामले विच उम्र कैद की सजा कट रहे ने। इस करके उन्हां दे पैरोल नाल जुड़े सुरक्षा ਅਤੇ कानूनी पक्ष भी अहम हैं। ਤਾਂ ਅੱਜ ਦੀ ਸਾਡੀ ਇਸ ਸਪੈਸ਼ਲ ਰਿਪੋर्ट ਦਾ ਨਿਚੋੜ ਇਹ ਹੈ ਕਿ ਜੀ ਜਗਤਾਰ ਸਿੰਘ ਹਵਾਰਾ ਹਾਲੇ ਜੇਲ੍ਹ ਤੋਂ ਰਿਹਾ ਨਹੀਂ ਹੋਏ ਨੇ, ਉਹ ਜੇਲ੍ਹ ਵਿੱਚ ਹੀ ਨੇ। ਉਹਨਾਂ ਦੇ ਪੈਰੋਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਮਾਇਤ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 10 ਦਿਨ ਦੀ ਪੈਰੋਲ ਦੀ ਮੰਗ ਕੀਤੀ, ਪਰ ਉਹਨਾਂ ਨੂੰ 1 दिन ਦੀ ਪੈਰੋਲ ਕਿਹਾ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਵੀ ਪੈਰੋਲ ਦੀ ਸਿਫਾਰਿਸ਼ ਕੀਤੇ ਜਾਣ ਦੀ ਖਬਰ ਆਈ ਹੈ। ਦਿੱਲੀ ਜੇਲ੍ਹ ਪ੍ਰਸ਼ਾਸਨ ਵੱਲੋਂ 2 दिन ਦੀ ਕਸਟਡੀ पैरोल की पेशकश की रिपोर्ट भी सामने आई, पर हवारा वालों इसनूं स्वीकार ना करन दी गल कही गई। इस समय की नज़र इस गल ते है कि रेगुलर पैरोल नूं लैके अगला फैसला की हुंदा है। इस मामले विच जिवें ही कोई पक्की अते अधिकारिक जानकारी सामने आउंदी है, मैं तुहाडे तक सब तो पहला पहुंचावांगी। हुण गल करदे हां अगली खबर दी। तो अगली खबर की जानकारी जानने तो पहला जेकर तुसीं चैनल नूं हाले तक फॉलो या सबसक्राइब नहीं किया तो जरूर कर लियो। गल करते अगली खबर की, ते ये खबर सीधी लोगों की सेहत नाल जुड़ी हुई है। दिल्ली विच H1N1 जिसनूं आम तौर ते स्वाइन फ्लू कहा जाता है, उसके मामले लगातार बढ़ रहे हैं। इसे नूं लैके केंद्रीय सेहत मंत्री JP नड्डा ने शुक्रवार में एक अहम समीक्षा मीटिंग की, जिस विच देश विच H1N1 अते मौसमी फ्लू की स्थिति के नाल-नाल खास तौर ते दिल्ली के हालातां बारे चर्चा की गई। दिल्ली विच साल हुण तक H1N1 ते 1777 मामले दर्ज हो चुके हैं। 20 अगस्त नूं ही 114 नवे मामले सामने आए। कुल इन्फ्लुएंजा ए दे 392 मामले दसे गए ने। हुण सौखे शब्दां विच समझिए कि H1N1 हुंदा की है। ये इन्फ्लुएंजा वायरस की एक किस्म है जिस नाल बुखार, खंघ, गले विच दर्द जां खराश, शरीर विच दर्द ते थकावट वर्गे लक्षण हो सकते हैं। ज्यादातर मामलों विच लक्षण हल्के हो सकते हैं, पर कुछ लोगों विच साह नाल जुड़ी समस्या गंभीर भी हो सकती है। इसलिए सरकार वालों हस्पतालों की तैयारी नूं लैके भी समीक्षा की गई है। मीटिंग में यह देखा गया है कि हस्पतालों में मरीजों लई लोड़ींदे बैड, गंभीर मरीजों के इलाज दी सहूलतां, दवाइयां ते होर जरूरी मैडिकल समान उपलब्ध है या नहीं। इस दे नाल ही फ्लू वर्गे लक्षणों वाले मरीजों ते गंभीर साह दी बीमारियां वाले मरीजों की गिनती ते भी लगातार नज़र रखने लई कहा गया है। हुण इत्थे सब तो वड्डी गल यह है कि जी लोगों को घबराउण दी नहीं, सगों सावधान रहने की लोड़ है। जेकर किसी नूं बुखार, खंघ जां गले विच दर्द है तो अपनी मर्जी नाल दवाई लैण दी बजाय लोड़ पैण ते डॉक्टर नाल सलाह करनी चाहिदी है। खास करके जे बुखार लगातार रहे, खंघ गंभीर होवे जां साह लैण विच मुश्किल आवे
ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਹੱਥਾਂ ਦੀ ਸਫਾਈ ਰੱਖਣ, ਖੰਘਣਾ ਜਾਂ ਛਿੱਕਣ ਸਮੇਂ ਮੂੰਹ ਅਤੇ ਨੱਕ ਢੱਕਣ ਅਤੇ ਬਿਮਾਰ ਹੋਣ ਦੀ ਸਥਿਤੀ ਵਿੱਚ ਦੂਜਿਆਂ ਤੋਂ ਕੁਝ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸਰਕਾਰ ਦਾ ਕਹਿਣਾ ਹੈ ਕਿ H1N1 ਸਮੇਤ ਮੌਸਮੀ ਫਲੂ ਦੀ ਸਥਿਤੀ ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਰਾਜਾਂ, ਹਸਪਤਾਲਾਂ ਤੇ ਟੈਸਟਿੰਗ ਲੈਬਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਤਾਜੀ ਦਿੱਲੀ ਵਿੱਚ H1N1 ਦੇ ਵੱਧਦੇ ਮਾਮਲਿਆਂ ਨੇ ਸਿਹਤ ਵਿਭਾਗ ਦੀ ਚਿੰਤਾ ਜ਼ਰੂਰ ਵਧਾਈ ਹੈ, ਪਰ ਲੋਕਾਂ ਲਈ ਇਸ ਵੇਲੇ ਸਭ ਤੋਂ ਜ਼ਰੂਰੀ ਸੰਦੇਸ਼ ਇਹ ਹੈ, ਘਬਰਾਉਣਾ ਨਹੀਂ, ਪਰ ਸਿਹਤ ਨੂੰ ਲੈ ਕੇ ਲਾਪਰਵਾਹੀ ਵੀ ਨਹੀਂ ਕਰਨੀ ਚਾਹੀਦੀ। ਤੇ ਇਹ ਸੀ ਸਾਡਾ ਅੱਜ ਦਾ ਖਾਸ ਪ੍ਰੋਗਰਾਮ, ਜਿਹਦੇ ਵਿੱਚ ਅਹਿਮ ਖਬਰਾਂ ਦੇ ਬਾਰੇ ਗੱਲਬਾਤ ਕੀਤੀ ਆ। ਤਾਂ ਖਬਰਾਂ ਹੋਰ ਵੀ ਬਹੁਤ ਸੀ ਜਿਨ੍ਹਾਂ ਦੀ ਚਰਚਾ ਕਰਨੀ ਹੈ, ਪਰ ਫਿਲਹਾਲ ਦੇ ਲਈ ਥੋੜਾ ਸਮਾਂ ਤੇ ਮੇਰੀ ਸਿਹਤ ਇਜਾਜ਼ਤ ਨਹੀਂ ਦੇ ਰਿਹਾ। ਮਿਲਦੇ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਨਵੇਂ ਖਬਰਾਂ ਦੇ ਨਾਲ, ਹੋਰ ਨਵੇਂ ਮੁੱਦੇ ਦੇ ਨਾਲ। ਧੰਨਵਾਦ।